ਪੰਜਾਬੀ ਦੁਨੀਆ ਤੇ ਪ੍ਰਾਈਮ ਟਾਈਮ ਸ਼ੋਅ ਦੇ ਦੂਜੇ ਭਾਗ ਦੀ ਦੂਜੀ ਸੈਗਮੈਂਟ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋ ਗਏ ਹਾਂ। ਸੁਸ਼ੀਲ ਦਸਾਂਝ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ। ਅਸੀਂ ਅਗਲੀ ਗੱਲਬਾਤ ਕਰਦੇ ਹਾਂ, ਪੰਜਾਬ ਦੀ ਸਿਆਸਤ ਦੇ ਉੱਤੇ ਹੀ ਕੇਂਦਰਿਤ ਰੱਖਦੇ ਹਾਂ ਅਗਲੀ ਵੀ। ਜਿਵੇਂ ਦਸਾਂਝ ਸਾਹਿਬ ਆਪਾਂ ਗੱਲ ਕੀਤੀ ਆ ਪਹਿਲੀ ਸੈਗਮੈਂਟ 'ਚ ਬਸਪਾ ਅਕਾਲੀ ਗੱਠਜੋੜ ਦੀ, ਤੇ ਬਹੁਤ ਸਾਰੀਆਂ ਪਾਰਟੀਆਂ ਨੇ ਨਿੱਕੀਆਂ ਵੱਡੀਆਂ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਮਿਊਨਿਸਟਾਂ ਦੇ ਵੀ ਕਈ ਗਰੁੱਪ ਨੇ, ਕਈ ਧੜੇ ਨੇ, ਤੇ ਇਸੇ ਤਰ੍ਹਾਂ ਹੀ ਅਕਾਲੀਆਂ ਵਿੱਚ ਵੀ ਕਈ ਧੜੇ ਨੇ ਜਿਨ੍ਹਾਂ ਦਾ ਚੋਣਾਂ ਵਿੱਚ ਕਦੀ ਵੀ ਕੋਈ ਮੁਕਾਮ ਉਹ ਹਾਸਲ ਨਹੀਂ ਕਰ ਸਕੇ। ਖੜੇ ਜ਼ਰੂਰ ਹੁੰਦੇ ਕੈਂਡੀਡੇਟ, ਉਲਟਾ ਇਹ ਹੁੰਦਾ ਆ ਕਿ ਉਹ ਵੋਟਰ ਤੋੜਨ ਦਾ ਕੰਮ ਕਰ ਜਾਂਦੇ ਨੇ। ਤੇ ਕਮਿਊਨਿਸਟਾਂ ਵਿੱਚ ਵੀ ਇਦਾਂ ਹੀ ਕਈ ਵਾਰ ਵੇਖਿਆ ਜਾਂਦਾ ਹੈ ਕਿ ਉਹ ਕਈ ਥਾਂ ਤੇ ਆਧਾਰ ਨਹੀਂ ਹੁੰਦਾ ਪਰ ਕੈਂਡੀਡੇਟ ਖੜਾ ਹੁੰਦਾ ਆ, ਤੇ ਅਖੀਰ ਦੇ ਵਿੱਚ ਲੋਕੀ ਇਹ ਸੋਚ ਕੇ ਕਿ ਕੈਂਡੀਡੇਟ ਜਿੱਤਣ ਵਾਲਾ ਨਹੀਂ, ਉਹ ਫਿਰ ਕਦੀ ਕਾਂਗਰਸ ਦੇ ਖਾਤੇ 'ਚ ਪੈ ਜਾਂਦੀਆਂ ਵੋਟਾਂ ਤੇ ਕਦੀ ਕਿਸੇ ਹੋਰ ਦੇ ਵੋਟਾਂ ਪੈ ਜਾਂਦੀਆਂ। ਉਹਦੇ ਨਾਲ ਸਗੋਂ ਕਈ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਨੇ ਕੈਂਡੀਡੇਟ ਖਿਲਾਰ ਰਿਹਾ ਵੀ ਤੇ ਗਿਣਤੀ ਬਹੁਤ ਘੱਟ ਹੈ ਵੋਟਾਂ ਦੀ। ਸੋ ਹੁਣ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਇਹਨਾਂ ਨੂੰ ਇਲੈਕਸ਼ਨਾਂ ਨੂੰ ਲੈ ਕੇ ਕੋਈ ਤਿਆਰੀ ਕੀ ਹੋ ਰਹੀ ਆ? ਸੁਖਬੀਰ ਬਾਦਲ ਹੋਰਾਂ ਦਾ ਬਿਆਨ ਆਇਆ ਸੀ ਕਿ ਸਾਡੀ CPI ਤੇ CPM ਨਾਲ ਗੱਲਬਾਤ ਚੱਲ ਰਹੀ ਆ ਤੇ ਉਹ ਵੀ ਇਸ ਗੱਠਜੋੜ ਦਾ ਹਿੱਸਾ ਹੋਣਗੇ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਕਮਿਊਨਿਸਟ ਪਾਰਟੀਆਂ ਦਾ ਕੀ ਰੋਲ ਹੋਏਗਾ ਅਗਲੀ ਇਲੈਕਸ਼ਨ ਨੂੰ? ਦੇਖੋ, ਸੁਖਬੀਰ ਬਾਦਲ ਨੇ ਤਾਂ ਓਪਨਲੀ ਇਹ ਗੱਲ ਕਹੀ ਸੀ ਜਦੋਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਐਲਾਨ ਕਰ ਦਿੱਤਾ ਗਿਆ, ਉਦੋਂ ਹੀ ਕਹੀ ਸੁਖਬੀਰ ਬਾਦਲ ਨੇ ਵੀ ਹੁਣ ਸਾਡਾ ਅਗਲਾ ਜਿਹੜਾ ਨਿਸ਼ਾਨਾ ਇਸ ਗੱਠਜੋੜ ਸ਼ਾਮਲ ਜਿਨ੍ਹਾਂ ਨੂੰ ਕਰਨਾ ਉਹ CPI ਤੇ CPIM ਹੈ। ਤੇ ਉਸ ਤੋਂ ਬਾਅਦ ਚਰਚਾ ਛਿੜ ਗਈ ਪੰਜਾਬ ਦੇ ਵਿੱਚ ਵੀ ਕੀ ਜਿਹੜੀਆਂ ਰਵਾਇਤੀ ਕਮਿਊਨਿਸਟ ਪਾਰਟੀਆਂ ਉਹ ਇਸ ਗੱਠਜੋੜ 'ਚ ਜਾਣਗੀਆਂ। ਜੇ ਇਸ ਗੱਠਜੋੜ 'ਚ ਜਾਣਗੀਆਂ ਤਾਂ ਫਿਰ ਇਹ ਚਰਚਾ ਵੀ ਚੱਲ ਪਈ ਤਾਂ ਇਹ ਸ਼ਾਇਦ ਜਿਵੇਂ ਬਹੁਜਨ ਸਮਾਜ ਪਾਰਟੀ ਜਿਹੜੀ ਇੱਕ ਬਹੁਤ ਵੱਡੀ ਗਲਤੀ ਕਰ ਗਈ ਆ ਅਕਾਲੀ ਦਲ ਨਾਲ ਜਾਣ ਦੀ, ਤੇ ਇਹ CPI ਤੇ CPM ਵੀ ਸ਼ਾਇਦ ਇਸ ਗਲਤੀ ਦੀ ਪਟੜੀ ਤੇ ਚੜ੍ਹਨਗੀਆਂ ਤਾਂ ਇਹਨਾਂ ਦਾ ਜਿਹੜਾ ਬਚਿਆ ਖੁਚਿਆ ਵਕਾਰ ਆ ਉਹ ਵੀ ਜਾਂਦਾ ਲੱਗੂਗਾ। ਇਸ ਚਰਚਾ ਤੋਂ ਬਾਅਦ ਜਦੋਂ ਥੱਲੇ ਚਰਚਾ ਛਿੜੀ ਤਾਂ ਸਵਾਲ ਜਵਾਬ ਸ਼ੁਰੂ ਹੋ ਗਏ। ਤਾਂ ਜਿਹੜੀ CPI ਹੈ ਭਾਰਤੀ ਕਮਿਊਨਿਸਟ ਪਾਰਟੀ, ਉਹਦੇ ਜੁਆਇੰਟ ਸੈਕਟਰੀ ਨੇ ਪ੍ਰਿਥਵੀਪਾਲ ਮਾੜੀ ਮੇਗਾ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਾਡਾ ਇਸ ਗੱਠਜੋੜ ਦੇ ਵਿੱਚ ਕਿਸੇ ਵੀ ਜਾਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਉਹਨਾਂ ਨੇ ਸਾਫ਼ ਕੀਤਾ। ਪਰ ਇਨ ਬਿਟਵੀਨ ਖਬਰਾਂ ਆਈਆਂ ਵੀ ਹਾਂ ਵੀ 3 ਸੀਟਾਂ CPI ਨੂੰ ਇਸ ਗੱਠਜੋੜ 'ਚ ਮਿਲਣਗੀਆਂ ਤੇ 2 ਸੀਟਾਂ ਮਿਲਣਗੀਆਂ CPM ਨੂੰ। ਬਾਕੀ ਜਿਹੜੇ ਕਮਿਊਨਿਸਟ ਧੜੇ ਆ ਜਾਂ ਪਾਰਟੀਆਂ ਆ ਪੰਜਾਬ ਦੇ ਵਿੱਚ, ਚਾਹੇ ਉਹ RMPI ਹੈ, ਚਾਹੇ ਨਿਊ ਡੈਮੋਕ੍ਰੇਸੀ ਹੈ, ਚਾਹੇ ਲਿਬਰੇਸ਼ਨ ਹੈ, ਇਹਨਾਂ ਦੀ ਚਰਚਾ ਬਿਲਕੁਲ ਨਹੀਂ ਹੋਈ। ਇਹਨਾਂ ਬਾਰੇ ਬਿਲਕੁਲ ਨਾ ਸੁਖਬੀਰ ਬਾਦਲ ਨੇ ਕਿਹਾ ਨਾ ਕਿਸੇ ਹੋਰ ਨੇ ਕਿਹਾ ਕਿ ਇਹ ਵੀ ਸਾਡੇ ਗੱਠਜੋੜ ਦਾ ਹਿੱਸਾ ਹੋਣਗੇ। ਉਹਨਾਂ ਨੇ 2 ਬਾਰੇ ਕਿਹਾ ਸੀ CPI ਤੇ CPM ਬਾਰੇ। ਜਦੋਂ ਇਹ ਗੱਲ ਆ ਗਈ ਕਿ CPI ਨੂੰ 3 ਸੀਟਾਂ ਤੇ CPM ਨੂੰ 2 ਸੀਟਾਂ ਇਸ ਗੱਠਜੋੜ 'ਚ ਮਿਲਣਗੀਆਂ ਤਾਂ ਪ੍ਰਿਥਵੀਪਾਲ ਮਾੜੀ ਮੇਗਾ ਨੇ ਸਾਫ਼ ਕਰਤਾ ਕਿ CPI ਇਸ ਗੱਠਜੋੜ ਦਾ ਹਿੱਸਾ ਨਹੀਂ ਹੋਏਗੀ। ਪਰ ਪਰਸੋਂ CPIM ਜਿਹੜੀ ਹੈ ਉਹਦੇ ਜਿਹੜੇ ਸੈਕਟਰੀ ਨੇ ਪੰਜਾਬ ਦੇ ਸੁਖਵਿੰਦਰ ਸੇਖੋਂ, ਉਹਨਾਂ ਨੇ ਇੱਕ ਮੀਟਿੰਗ ਉਹਨਾਂ ਦੀ ਸੈਕਟਰੀਏਟ ਦੀ ਹੋਈ, ਉਸ ਤੋਂ ਬਾਅਦ ਬਿਆਨ ਜਾਰੀ ਕੀਤੀ ਤੇ ਇਹ ਗੱਲ ਕਹੀ ਕਿ ਅਸੀਂ ਯਾਨੀ CPM ਵਾਲੇ ਪੰਜਾਬ ਦੇ ਵਿੱਚ 41 ਸੀਟਾਂ ਤੇ ਚੋਣ ਲੜਾਂਗੇ। ਮੈਨੂੰ ਬਹੁਤ ਹੈਰਾਨੀ ਹੋਈ ਇਸ ਗੱਲ ਦੀ। CPI ਨੇ ਵੀ ਚੋਣ ਲੜੀ ਹੋਵੇ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ, ਜਾਂ ਕਮਿਊਨਿਸਟ ਪਾਰਟੀਆਂ ਦਾ ਵੀ ਸਾਂਝੇ ਤੌਰ ਤੇ ਚੋਣ ਲੜੀ ਹੋਵੇ, ਕਦੇ 10-12 ਸੀਟਾਂ ਤੋਂ ਜ਼ਿਆਦਾ ਚੋਣ ਨਹੀਂ ਲੜੀ, ਕਿਉਂਕਿ ਹੈਸੀਅਤ ਹੀ ਇੰਨੀ ਹੈ ਨਹੀਂ ਵੀ ਤੁਸੀਂ ਜਿੱਦਾਂ ਮੈਂ ਕਿਹਾ BSP ਦੀ ਹੈਸੀਅਤ 117 ਸੀਟਾਂ ਤੇ ਚੋਣ ਲੜਨ ਦੀ ਨਹੀਂ ਸੀ, ਪਰ ਉਹ 117 ਸੀਟਾਂ ਤੇ ਚੋਣ ਲੜਦੇ ਰਹੇ 2 ਵਾਰੀ ਲਗਾਤਾਰ ਕਿਸੇ ਇੱਕ ਧਿਰ ਨੂੰ ਫਾਇਦਾ ਪਹੁੰਚਾਉਣ ਵਾਸਤੇ। ਇਹਦੇ CPM ਜਿਹੜੀ ਆ ਇਹਦੇ 2 ਕਾਰਨ ਨੇ 41 ਸੀਟਾਂ ਤੇ ਚੋਣ ਲੜਨ ਦਾ ਐਲਾਨ ਕਰਨ ਦੇ। ਜਿਹੜਾ ਸਭ ਤੋਂ ਮਹੱਤਵਪੂਰਨ ਕਾਰਨ ਹੈ ਉਹ ਇਹ ਹੈ ਕਿ ਉਹ ਆਪਣਾ ਵੇਟ ਵਧਾਉਣਾ ਚਾਹੁੰਦੇ ਆ ਵੀ ਚਾਹੇ ਅਕਾਲੀ ਦਲ ਤੇ ਚਾਹੇ ਕਾਂਗਰਸ ਵੀ ਖਿੰਡ ਰਹੀ ਹੈ, ਰਾਜਾ ਵੀ ਘਿਰ ਗਿਆ ਕੈਪਟਨ ਅਮਰਿੰਦਰ ਕਾਫੀ ਹੱਦ ਤੱਕ, ਕਿਉਂਕਿ ਆਮ ਤੌਰ ਤੇ CPI ਤੇ CPM ਜਿਹੜੇ ਕਿਤੇ ਕਿਸੇ ਚੋਣ ਗੱਠਜੋੜ 'ਚ ਆਉਂਦੇ ਰਹੇ ਆ ਤਾਂ ਉਹ ਅਕਾਲੀ ਦਲ BJP ਗੱਠਜੋੜ ਦੇ ਮੁਕਾਬਲੇ ਕਾਂਗਰਸ ਨਾਲ ਜਾਂਦੇ ਰਹੇ ਆ। 2002 ਦੀਆਂ ਚੋਣਾਂ 'ਚ ਕਾਂਗਰਸ ਨਾਲ ਹੀ ਸੀ CPI ਤੇ CPM, ਤੇ 2 MLA ਵੀ ਜਿੱਤ ਗਏ CPI ਦੇ ਜਿਹੜੇ ਉਸ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋ ਗਏ ਸੀ। ਸੋ ਉਹ ਇੱਕ ਤਾਂ ਵੇਟ ਵਧਾਉਣ ਲਈ 41 ਸੀਟਾਂ ਦਾ ਐਲਾਨ ਕਰਤਾ ਵੀ ਜਿਹੜੀਆਂ 2 ਸੀਟਾਂ ਸਾਨੂੰ ਕਹਿ ਰਹੇ ਆ ਅਕਾਲੀ ਇਸ ਗੱਠਜੋੜ ਦੇ ਵਿੱਚ, ਉਹ 2 ਦੀ ਥਾਂ 3 ਮਿਲ ਜਾਣ ਜਾਂ 4 ਮਿਲ ਜਾਣ। ਦੂਜਾ ਫਿਰ ਕੋਈ ਹੋਰ ਸੌਦੇਬਾਜ਼ੀ ਹੋ ਸਕਦੀ ਹੈ ਵੀ ਕਿਸੇ ਖਾਸ ਧਿਰ ਨੂੰ ਜਿਹੜਾ ਉਹਦਾ ਲਾਭ ਪਹੁੰਚਾਉਣਾ ਹੋਵੇ। 41 ਦੀ 41 ਸੀਟਾਂ ਤੇ ਜੇ ਇਕੱਲੇ ਉਹ ਲੜਦੇ ਆ ਤੇ ਕਿਸੇ ਵੀ ਸੀਟ ਤੇ ਉਹਨਾਂ ਦੀ ਜ਼ਮਾਨਤ ਨਹੀਂ ਬਚਦੀ ਇਸ ਵੇਲੇ
ਇਸ ਸਥਿਤੀ ਦੇ ਵਿੱਚ ਹੈਗੀ ਆ CPIM। 0.1% ਵੋਟ ਸ਼ੇਅਰ ਹੈ ਉਹਨਾਂ ਦੇ ਕੋਲ। ਦਾਅਵਾ 41 ਸੀਟਾਂ ਤੇ ਲੜਨ ਦਾ ਕਰ ਰਹੇ ਆ। ਹੁਣ ਜਿਹੜਾ ਇੰਨਾ ਕੁ ਵੋਟ ਸ਼ੇਅਰ ਹੈ ਉਹਨਾਂ ਦੇ ਕੋਲ, ਉਸ ਵੋਟ ਸ਼ੇਅਰ ਦਾ ਕਿੰਨਾ ਕੁ ਕਿਸੇ ਨੂੰ ਲਾਭ ਹੋ ਸਕਦਾ, ਉਸ ਹਿਸਾਬ ਨਾਲ ਕਿੰਨੀਆਂ ਸੀਟਾਂ ਦਿੱਤੀਆਂ ਜਾ ਸਕਦੀਆਂ। ਜਾਂ ਤਾਂ ਇੱਕ ਅੱਧੀ 2 ਸੀਟਾਂ ਮਿਲ ਜਾਣਗੀਆਂ ਅਕਾਲੀ BJP BSP ਗੱਠਜੋੜ ਚੋਂ, ਜਾਂ ਕਾਂਗਰਸ ਵਾਲੇ ਇਹ ਸੋਚ ਲੈਣਗੇ ਵੀ ਇਹ ਵੋਟ ਜਿਹੜੀ ਆ ਥੋੜੀ ਬਹੁਤ ਸਾਨੂੰ ਮਦਦ ਕਰ ਸਕਦੀ ਆ, ਖਾਸ ਤੌਰ ਤੇ ਕੁਝ ਖਾਸ ਪਾਕਟਸ ਦੇ ਵਿੱਚ, ਭਾਵੇਂ ਥੋੜੀ ਵੋਟ ਹੀ ਹੈ, ਤੇ ਇੱਕ ਅੱਧੀ ਸੀਟ ਇਹਨਾਂ ਨੂੰ ਦੇ ਦਈਏ। ਸਿਰਫ ਇਹੀ ਖੇਡ ਆ CPIM ਦੀ। ਬਾਕੀ ਜਿਹੜੀ ਤੁਸੀਂ ਪੁੱਛ ਰਹੇ ਹੋ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸੰਭਾਵਨਾ ਮੈਂ ਦੇਖ ਰਿਹਾ, ਜਿਹੜਾ ਲੈਫਟ ਓਰੀਐਂਟਡ ਜਿਹੜਾ ਕੋਈ ਇੱਕ ਪਲੇਟਫਾਰਮ ਬਣੇਗਾ, ਉਹਦਾ ਗੱਠਜੋੜ ਆਮ ਆਦਮੀ ਪਾਰਟੀ ਦਾ ਹੁੰਦਾ ਜਾਂ ਨਹੀਂ ਹੁੰਦਾ ਮੈਂ ਕਹਿ ਨਹੀਂ ਸਕਦਾ। ਪਰ ਜੇ ਇਕੱਲਿਆਂ ਨੇ ਲੜਨਾ ਹੋਵੇ ਇੱਕ ਅਲਾਇੰਸ ਬਣਾ ਕੇ ਲੈਫਟ ਓਰੀਐਂਟਡ ਗਰੁੱਪ, ਤਾਂ 3-4 ਪਾਰਟੀਆਂ ਹੈਗੀਆਂ ਤੇ ਅੱਗੇ ਵੀ ਇਦਾਂ ਹੁੰਦਾ ਆ। ਉਹਦੇ 'ਚ ਜਿਹੜੀਆਂ ਲੀਡਿੰਗ ਪਾਰਟੀਜ਼ ਹੈਗੀਆਂ ਉਹ ਮੰਗਤ ਰਾਮ ਪਾਸਲੇ ਵਾਲੀ RMP ਆਈ ਆ, ਜਿਹਨੇ ਨਾ ਕਾਂਗਰਸ ਗੱਠਜੋੜ 'ਚ ਜਾਣਾ ਨਾ ਅਕਾਲੀ BSP ਗੱਠਜੋੜ ਜਾਣਾ। ਉਹਦੇ 'ਚ ਲਿਬਰੇਸ਼ਨ ਹੈ, CPI-ML ਜਿਹਨੂੰ ਮਾਲੇ ਕਿਹਾ ਜਾਂਦਾ, ਲਿਬਰੇਸ਼ਨ ਹੈ। ਉਹਦੇ 'ਚ CPI ਵੀ ਹੋ ਸਕਦੀ ਹੈ, ਕਿਉਂਕਿ ਜਿਹੜੇ ਜੁਆਇੰਟਲੀ ਐਕਸ਼ਨ ਹੁੰਦੇ ਆ ਪੰਜਾਬ ਦੇ ਵਿੱਚ ਜਨਤਕ ਫਰੰਟਾਂ ਤੇ, ਉਹ 'ਚ CPI ਸ਼ਾਮਲ ਹੁੰਦੀ ਹੈ ਨਾ ਪਾਰਟੀਆਂ ਦੀ ਫਰੰਟਲ ਆਰਗੇਨਾਈਜੇਸ਼ਨਾਂ ਦੇ ਨਾਲ। ਇਹਦੇ 'ਚ ਨਿਊ ਡੈਮੋਕ੍ਰੇਸੀ ਜਿਹੜੇ ਦਰਸ਼ਨ ਖਟਕੜ ਵਾਲੀ ਉਹ ਵੀ ਪਾਰਟੀ ਸ਼ਾਮਲ ਹੋ ਸਕਦੀ ਹੈ। ਜਿਹੜੀ 4 ਪਾਰਟੀਆਂ ਦਾ ਗੱਠਜੋੜ ਬਣ ਸਕਦਾ, CPI-ML 'ਚ ਸ਼ਾਮਲ ਨਹੀਂ ਹੋਏਗੀ। ਉਹਦਾ ਇੱਕ ਕਾਰਨ ਤਾਂ ਇਹੀ ਹੈ ਕਿ ਉਹ ਲਗਾਤਾਰ ਇਸ ਤਰ੍ਹਾਂ ਦੀ ਪੋਲਿਟਿਕਸ ਦੀ ਧਾਰਨੀ ਬਣ ਚੁੱਕੀ ਹੈ ਵੀ ਅਸੀਂ ਕਿਤੋਂ ਨਾ ਕਿਤੋਂ ਕੋਈ ਲਾਭ ਲੈਣਾ ਆ, ਉਹ ਚਾਹੇ ਅਕਾਲੀਆਂ ਵੱਲੋਂ ਮਿਲ ਜਾਵੇ ਚਾਹੇ ਕਾਂਗਰਸ ਵੱਲੋਂ ਮਿਲ ਜਾਏ। ਦੂਜਾ, ਪੰਜਾਬ 'ਚ ਇੱਕ ਵੱਡਾ ਕਾਰਨ ਉਹਦਾ ਇਹ ਹੈ ਵੀ ਉਹ ਦੁਸ਼ਮਣੀ ਦੇ ਪੱਧਰ ਤੇ, ਕਿਉਂਕਿ CPI-M 'ਚੋਂ ਨਿਕਲ ਕੇ RMP ਆਈ ਬਣੀ ਆ, ਉਹ ਦੁਸ਼ਮਣੀ ਦੇ ਪੱਧਰ ਤੇ ਨਫ਼ਰਤ ਕਰਦੇ ਆ ਮੰਗਤ ਰਾਮ ਪਾਸਲੇ ਨੂੰ। ਇਸ ਕਰਕੇ ਉਹ ਇਸ ਗੱਠਜੋੜ 'ਚ ਨਹੀਂ ਆਉਂਦੇ, ਨਾ ਜਨਤਕ ਫਰੰਟਾਂ ਤੇ ਆਉਂਦੇ ਆ। ਜਨਤਕ ਫਰੰਟਾਂ ਦੇ ਵਿੱਚ ਇਹ 4 ਪਾਰਟੀਆਂ ਤਾਂ ਆਉਂਦੀਆਂ ਇਕੱਠੀਆਂ, ਚਾਹੇ ਉਹ ਖੇਤ ਮਜ਼ਦੂਰਾਂ ਦਾ ਅੰਦੋਲਨ ਹੋਵੇ, ਸਰਕਾਰੀ ਮੁਲਾਜ਼ਮਾਂ ਦਾ ਹੋਵੇ ਜਾਂ ਕਿਸਾਨਾਂ ਦਾ ਹੋਵੇ। ਕਿਸਾਨਾਂ ਦੀ ਆਲ ਇੰਡੀਆ ਦੀ ਜਿਹੜੇ ਐਕਸ਼ਨ ਹੈ ਉਹਦੇ 'ਚ ਹੈਗੇ ਆ CPIM ਵਾਲੇ, ਪਰ ਪੰਜਾਬ 'ਚ ਇਕੱਠੇ ਨਹੀਂ ਤੁਰਦੇ ਉਹ ਕਦੇ ਵੀ। ਸੋ ਇੱਕ ਹੇਟ ਕਰਦੇ ਨੇ ਉਹ, ਯਾਨੀ ਇਹ ਕਿੱਦਾਂ ਦਾ ਕਮਿਊਨਿਸਟ ਵਿਹਾਰ ਹੋਇਆ ਵੀ ਤੁਸੀਂ ਇੱਕ ਵਿਅਕਤੀ ਕਰਕੇ ਵੀ ਇਹ ਵਿਅਕਤੀ ਜਿਹੜਾ ਹੈ ਜੀ ਇਹ ਸ਼ਾਇਦ ਪਾਰਟੀ ਨੂੰ ਤੋੜਨ ਵਾਲਾ, ਜਿਹੜੀ ਤੋੜਨ ਵਾਲੀ ਪਾਰਟੀ ਨੂੰ ਪੰਜਾਬ 'ਚ ਜਾਂ ਦੇਸ਼ ਦੇ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਹੋਰ ਕਾਰਕ ਸੀਗੇ, ਹੋਰ ਕਾਰਨ ਸੀ, ਹੋਰ ਵਿਅਕਤੀ ਸੀ ਜੀ। ਦਸਾਂਝ ਸਾਹਿਬ, ਪਾਰਟੀਆਂ ਸਾਰੀਆਂ 'ਚ ਟੁੱਟ-ਭੱਜ ਹੁੰਦੀ ਰਹੀ ਆ, ਤੇ ਜਿੱਦਾਂ ਆਪਾਂ ਅਕਾਲੀਆਂ ਦਾ ਜ਼ਿਕਰ ਕੀਤਾ, ਉਹਨਾਂ ਦੇ ਕਈ ਧੜੇ ਨੇ, ਕਮਿਊਨਿਸਟਾਂ ਦੇ ਵਿੱਚ ਵੀ ਬਹੁਤ ਸਾਰੇ ਧੜੇ ਨੇ, ਔਰ ਕਮਿਊਨਿਸਟ ਪਾਰਟੀਆਂ 'ਚ ਟੁੱਟ-ਭੱਜ ਹਮੇਸ਼ਾ ਹੀ ਹੁੰਦੀ ਰਹੀ ਆ। CPM ਵੀ ਤੇ CPI 'ਚੋਂ ਨਿਕਲ ਕੇ ਬਣੀ ਸੀਗੀ। ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਗਰੁੱਪ ਵੀ ਨੇ, ਕੋਈ ਨਕਸਲੀਆਂ ਦੇ ਗਰੁੱਪ ਵੀ ਆਪੋ 'ਚ ਮਿਲ ਕੇ ਨਹੀਂ ਚੱਲਦੇ। ਪਰ ਜੇਕਰ ਇੱਕ ਐਸਾ ਫਰੰਟ ਬਣਦਾ ਆ ਜਿਹਦੇ ਵਿੱਚ ਜੇ ਇਹ ਕਮਿਊਨਿਸਟ ਗਰੁੱਪ ਸਾਰੇ ਕਿਸੇ ਹੈ ਤਾਂ ਵੈਸੇ ਆਈਡੀਅਲ ਜੀ ਗੱਲ ਇਕੱਠੇ ਹੋ ਜਾਂਦੇ ਆ, ਜਿਹੜੇ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਸੀ 'ਚ ਵੋਟ ਰਾਜਨੀਤੀ 'ਚ ਆਪਣਾ ਵਿਸ਼ਵਾਸ ਪ੍ਰਗਟ ਕਰ ਚੁੱਕੇ ਆ, ਤੇ ਇੱਕ ਉਹ ਧਿਰ ਵਜੋਂ ਜੇ ਸਾਰੇ ਇਕੱਠੇ ਹੋ ਜਾਣ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਉਹਨਾਂ ਦਾ ਵੋਟ ਸ਼ੇਅਰ ਰਲ ਮਿਲ ਕੇ ਕੋਈ ਤੇ ਫਾਈਟ ਦੇਣ ਜੋਗਾ ਬਣ ਜਾਂਦਾ, ਜਾਂ ਅਜੇ ਨਗੁਣਾ ਹੀ ਆ ਉਹ? ਕੁਝ ਸੀਟਾਂ ਦੇ ਉੱਤੇ ਫਾਈਟ ਬਣਦੀ ਰਹੀ ਹੈ, ਕੁਝ ਸੀਟਾਂ ਦੇ ਉੱਤੇ ਫਾਈਟ ਬਣਦੀ ਰਹੀ ਹੈ, ਤੇ ਕੰਫਰਟੇਬਲ ਕੁਝ ਵੋਟ ਜਿਹੜੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਇਹ ਇੱਕ ਰਿਸਪੈਕਟੇਬਲ ਜਿਹੜੀ ਵੋਟ ਹੈ। ਨਹੀਂ ਦਸਾਂਝ ਸਾਹਿਬ, ਉਹ ਤੇ ਬਣਦੀ ਰਹੀ। ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਉਹ ਤਾਂ ਬਣਦੀ ਰਹੀ ਕਿ ਇਹ ਸਮਝੌਤੇ ਹੁੰਦੇ ਸੀ। ਜਿੱਦਾਂ ਅਕਾਲੀ ਦਲ ਨਾਲ ਸਮਝੌਤਾ ਹੋ ਗਿਆ ਤੇ ਟਪਿਆਲਾ ਸਾਹਿਬ ਜਿੱਤ ਗਏ। ਮੈਂ ਜਾਣਦਾ ਅਸੀਂ ਨਿੱਕੇ ਹੁੰਦੇ ਸੀ, ਸਾਡੇ ਹਲਕੇ 'ਚੋਂ ਜਿੱਤਦੇ ਰਹੇ ਨੇ। ਪਰ ਜੇ ਤੁਸੀਂ ਕਹੋ ਵੀ CPM ਜਾਂ CPI ਇੰਡੀਪੈਂਡੈਂਟਲੀ ਰਾਜਾ ਸਾਂਸੀ ਹਲਕੇ 'ਚੋਂ, ਮਜੀਠਾ ਹਲਕੇ 'ਚੋਂ, ਅਜਨਾਲਾ ਹਲਕੇ 'ਚੋਂ ਕੈਂਡੀਡੇਟ ਖੜਾ, ਤੇ ਜ਼ਮਾਨਤ ਵੀ ਜ਼ਬਤ ਨਹੀਂ ਹੋਣੀ। ਮੈਨੂੰ ਲੱਗਦਾ ਉਹਨਾਂ ਕੋਲ ਜ਼ਮਾਨਤ ਭਰਨ ਜੋਗੇ ਪੈਸੇ ਵੀ ਨਹੀਂ ਇਕੱਠੇ ਹੋਣੇ। ਉਹਨਾਂ ਦੀ ਹਾਲਤ ਇਹ ਆ। ਇੱਕ ਲਾਸਟ ਇੱਕ ਨਾ ਜੀ, ਇੱਕ ਉਹਦੇ 'ਚ ਇੰਡੀਪੈਂਡੈਂਟ ਉਦੋਂ ਵੀ ਨਹੀਂ ਸੀਗੇ ਵੀ ਇਕੱਲੇ ਜਿੱਤੇ ਸੀਗੇ, ਪਰ ਫਿਰ ਵੀ ਇੱਕ ਜਦੋਂ ਜਿਹੜਾ ਇੱਕ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਮੂਵਮੈਂਟ ਸੀ, ਉਸ ਤੋਂ ਬਾਅਦ ਜਿਹੜੀ ਚੋਣਾਂ ਹੋਈਆਂ ਐਮਰਜੈਂਸੀ ਤੋਂ ਬਾਅਦ, ਉਹਦੇ 'ਚ ਜਿਹੜਾ ਜਨਤਾ ਪਾਰਟੀ ਦਾ ਇੱਕ ਫਰੰਟ ਬਣਿਆ, ਉਸ ਸਾਂਝੇ ਮੋਰਚੇ 'ਚ ਸ਼ਾਮਲ ਸੀਗੀਆਂ ਖੱਬੀਆਂ ਧਿਰਾਂ। ਮੈਨੂੰ ਲੱਗਦਾ ਕਿ ਉਹ ਉਦੋਂ ਕਾਫੀ ਹੱਦ ਤੱਕ ਜਿਹੜੇ ਆ ਕਮਿਊਨਿਸਟ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸੀ ਜਾਂ ਆਗੂ ਸੀ, ਉਹਨਾਂ ਨੂੰ ਇੱਕ ਸਤਿਕਾਰ ਵੀ ਮਿਲਿਆ ਸੀ। ਉਦੋਂ ਸਾਡੇ ਹਲਕੇ 'ਚ ਤਾਂ ਤੁਹਾਡੇ ਟੋਰਾਂਟੋ ਹੀ ਰਹਿੰਦੇ ਨੇ, ਮਾਸਟਰ ਭਗਤ ਰਾਮ ਹੋਰੀ ਜਿੱਤੇ ਸੀਗੇ, CPI-M ਦੇ ਕੈਂਡੀਡੇਟ ਸੀਗੇ। ਇੱਦਾਂ ਹੀ ਇਹ ਪਿੱਛੇ ਅਸੀਂ ਜ਼ਿਕਰ ਕਰ ਰਹੇ ਸੀ, ਚੰਦ ਸਿੰਘ ਚੋਪੜਾ ਸੰਗਰੂਰ ਤੋਂ ਜਿੱਤੇ ਸੀਗੇ। ਬਹੁਤ ਸਾਰੇ ਸ਼ਾਇਦ ਇੱਕ ਦੋ ਹੋਰ ਜਿੱਦਾਂ ਜਿਹੜੇ ਵਿਧਾਨ ਸਭਾਵਾਂ ਦੇ ਵਿੱਚ, ਇਹ ਤਾਂ MP ਦੀ ਗੱਲ ਹੈ, ਵਿਧਾਨ ਸਭਾਵਾਂ ਦੇ ਵਿੱਚ ਸਰਵਣ ਸਿੰਘ ਚੀਮਾ ਜਿੱਤੇ ਨੇ ਤੁਹਾਡੇ ਆ। ਬਹੁਤ ਸਾਰੇ CPI ਦੇ ਜਿਹੜੇ ਲੀਡਰ ਹੈ, ਜਾਂ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਵੀ ਜਿਹਨਾਂ ਤੁਸੀਂ ਜ਼ਿਕਰ ਕੀਤਾ ਟਪਿਆਲਾ ਸਾਹਿਬ ਦਾ,
ਇਹ ਲੋਕ ਵੀ ਜਿੱਤਦੇ ਰਹੇ ਆ। ਪਰ ਇਕੱਲੇ ਤੌਰ ਤੇ ਕਮਿਊਨਿਸਟ ਇਕੱਠੇ ਹੋ ਕੇ ਵੀ ਇਸ ਵੇਲੇ ਜਾਂ ਪਿਛਲੇ ਲੰਬੇ ਸਮੇਂ ਤੋਂ ਇਸ ਸਥਿਤੀ 'ਚ ਨਹੀਂ ਹੈ ਕਿ ਉਹ ਜਿੱਤ ਹਾਸਲ ਕਰਨ। ਪਰ ਜਿੱਦਾਂ ਰਿਸਪੈਕਟੇਬਲ ਵੋਟ 20,000 ਵੋਟ ਪੈ ਗਈ, 25,000 ਵੋਟ ਪੈ ਗਈ, ਇੱਥੇ ਤੱਕ ਵੋਟ ਇਹਨਾਂ ਨੂੰ ਵੀ ਪੈਂਦੀ ਰਹੀ ਹੈ। ਤੇ ਪਰ ਪਿਛਲੇ ਕੁਝ ਸਮੇਂ ਤੋਂ 20-25 ਸਾਲਾਂ ਤੋਂ 30 ਸਾਲਾਂ ਤੋਂ ਜਦੋਂ ਤੋਂ ਪੰਜਾਬ ਦੇ ਹਾਲਾਤ ਵਿਗੜੇ ਤੇ ਫਿਰ ਠੀਕ ਹੋ ਜਿੱਦਾਂ ਦੇ ਵੀ ਠੀਕ ਹੋਇਆ, ਤੇ ਇਹ ਇਰਰੈਲੇਵੈਂਟ ਹੁੰਦੇ ਚਲੇ ਗਏ ਆ। ਇਕੱਠੇ ਹੋ ਕੇ ਵੀ ਬਹੁਤੇ ਥਾਵਾਂ ਤੇ ਆਪਣੀਆਂ ਜ਼ਮਾਨਤਾਂ ਨਹੀਂ ਬਚਾ ਪਾਉਂਦੇ, ਪਰ ਉਹਦੇ ਬਾਵਜੂਦ ਵੀ ਇੱਕ ਮੈਸੇਜ ਕਨਵੇ ਜ਼ਰੂਰ ਹੋ ਜਾਂਦਾ ਹੈ ਵੀ ਘੱਟੋ ਘੱਟ ਅਸੀਂ ਬਾਕੀਆਂ ਵਰਗੇ ਤਾਂ ਨਹੀਂ, ਭਾਵੇਂ ਲੜਾਈ ਜਨਤਕ ਤੌਰ ਦੇ ਉੱਤੇ ਇਹੀ ਲੋਕ ਲੜਦੇ ਆ ਹਰ ਫਰੰਟ ਦੇ ਉੱਤੇ ਹੀ, ਤੇ ਵੋਟ ਉਹ ਟ੍ਰਾਂਸਫਰ ਨਹੀਂ ਹੁੰਦਾ, ਪਰ ਉਹਦੇ ਬਾਵਜੂਦ ਹਾਰਨ ਦੇ ਬਾਵਜੂਦ ਵੀ ਲੋਕਾਂ 'ਚ ਜਿੰਨਾ ਕੁ ਵੀ ਹੈ, ਇਹ ਗੱਲ ਤਾਂ ਹੈ ਨਾ ਵੀ ਲੜਨ ਵਾਲੇ ਲੋਕ ਤਾਂ ਇਹੀ ਹੈ। ਤੇ ਦੂਜੀ ਗੱਲ ਹੈ ਵੀ ਇਹ ਮੌਕਾ ਪ੍ਰਸਤ ਨਹੀਂ ਹੈਗੇ, ਵੀ ਇਹ ਨਹੀਂ ਕਿ ਜਦੋਂ ਮਰਜ਼ੀ ਕਾਂਗਰਸ ਨਾਲ ਚੱਲ ਗਏ ਤੇ ਜਦੋਂ ਮਰਜ਼ੀ ਅਕਾਲੀਆਂ ਦੇ ਚੱਲ ਗਏ, ਭਾਵੇਂ ਸਮਝੌਤੇ ਹੁੰਦੇ ਵੀ ਰਹੇ ਆ, ਪਰ ਜੇ ਇਦਾਂ ਇਹ ਇਕੱਠੇ ਹੋ ਕੇ ਤੁਰਨਗੇ ਤੇ ਇਹ ਕੇਵਲ ਚੋਣਾਂ ਤੱਕ ਮਹਿਦੂਦ ਨਾ ਰਹਿਣ, ਲਗਾਤਾਰ ਆਪਣੀ ਫਰੰਟਲ ਆਰਗੇਨਾਈਜੇਸ਼ਨਾਂ ਦਾ ਇੱਕ ਤਾਲਮੇਲ ਗਰੁੱਪ ਬਣਾ ਕੇ ਤੇ ਲਗਾਤਾਰ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਏਜੰਡੇ ਦੀ ਲੜਾਈ ਲੜਨ, ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ 5-7-10 ਸਾਲਾਂ ਤੱਕ ਸਥਿਤੀਆਂ ਕੁਝ ਬਦਲ ਵੀ ਜਾਣ। ਜੀ, ਬੜੀ ਲੰਬੀ ਗੱਲ ਹੋ ਸਕਦੀ ਆ। ਸਤਪਾਲ ਡਾਂਗ ਹੀ ਬੜਾ ਨਾਂ ਸੀ ਉਹਨਾਂ ਦਾ, ਉਹ ਆਪਣੇ ਬਲਬੂਤੇ ਆਪਣਾ ਆਧਾਰ ਬਣਾ ਕੇ ਵੀ ਜਿੱਤਦੇ ਰਹੇ ਨੇ, ਔਰ ਅਸੈਂਬਲੀ 'ਚ ਜਾ ਕੇ ਜਿਸ ਤਰੀਕੇ ਨਾਲ ਉਹਨਾਂ ਕੰਮ ਕਰਦੇ ਰਹੇ ਨੇ, ਬੋਲਦੇ ਰਹੇ ਨੇ, ਲੋਕ ਅੱਜ ਵੀ ਉਹਨਾਂ ਨੂੰ ਸਤਿਕਾਰ ਦੀ ਨਿਗਾਹ ਨਾਲ ਜਾਣਦੇ ਨੇ ਕਿ ਉਹ ਉਸ ਦੋਨਾਂ ਕਪਲ ਨੇ, ਸਤਪਾਲ ਡਾਂਗ ਤੇ ਉਹਨਾਂ ਦੀ ਵਾਈਫ ਨੇ ਕਿੰਨਾ ਵਧੀਆ ਰੋਲ ਅਦਾ ਕੀਤਾ ਸੀਗਾ। ਤੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਹ ਅਪਰਚੂਨਿਸਟ ਨਹੀਂ ਆ, ਮੈਂ ਤਾਂ ਇਹ ਸਮਝਦਾ ਆ ਕਿ ਲੁਕਵੇਂ ਰੂਪ ਦੇ ਵਿੱਚ ਇਹ ਵੀ ਅਪਰਚੂਨਿਜ਼ਮ ਹੀ ਆ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਤੇ ਦੂਜਿਆਂ ਨੂੰ ਬਰਦਾਸ਼ਤ ਨਾ ਕਰਨਾ। ਜਿਹੜਾ ਸਿਧਾਂਤ ਹੈ ਮਾਰਕਸਿਜ਼ਮ ਦਾ, ਉਹਦੀਆਂ ਲੀਹਾਂ ਤੋਂ ਲੱਥੇ ਹੋਏ ਲੋਕ ਨੇ ਜਿਹੜੇ ਲੀਡਰ ਵੀ ਬਣੇ ਨੇ ਇਹਨਾਂ ਪਾਰਟੀਆਂ ਦੇ, ਤਾਂ ਹੀ ਕਰਕੇ ਲੋਕਾਂ ਨੂੰ ਸਹੀ ਮੈਸੇਜ ਜਿਹੜਾ ਉਹ ਨਹੀਂ ਦੇ ਪਾਉਂਦੇ। ਮੈਂ ਤਾਂ ਇਹ ਸਮਝਦਾ, ਬਾਕੀ ਤੁਸੀਂ ਉੱਥੇ ਬੈਠੇ ਜ਼ਿਆਦਾ ਬਰੀਕੀ 'ਚ ਇਹਦੇ ਬਾਰੇ ਜਾਣ ਸਕਦੇ ਹੋ, ਕੋਈ ਕਮੈਂਟ ਕਰਨੇ ਹੁਣ ਤੇ ਕਰ ਲਓ, ਤੇ ਆਪਾਂ ਇੱਕ ਬ੍ਰੇਕ ਲਈਏ ਇੱਥੇ ਜੀ। ਨਹੀਂ, ਬਸ ਇੱਕੋ ਸਤਰ 'ਚ ਹੈ, ਬਿਲਕੁਲ ਠੀਕ ਹੈ ਕਿ ਜੇ ਤੁਸੀਂ ਕਮਿਊਨਿਸਟ ਹੋ ਤੇ ਤੁਹਾਡੇ ਸੁਪਰ ਈਗੋ ਤੁਹਾਡੇ 'ਚ ਹੈਗੀ ਆ ਵੀ ਤੁਸੀਂ ਜਿਹੜੇ ਲੋਕਾਂ ਦੇ ਜਿਹੜੇ ਮਸਲੇ ਨੇ ਜਾਂ ਜਿਹਦਾ ਤੁਸੀਂ ਦਾਅਵਾ ਕਰਦੇ ਹੋ, ਲੋਕ ਸਿਆਸਤ ਕਰਨ ਦਾ ਦਾਅਵਾ ਕਰਦੇ ਹੋ, ਤੇ ਫਿਰ ਅਮਲੀ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਤੁਹਾਡੇ ਵਿਹਾਰ 'ਚ ਨਹੀਂ ਆਉਂਦੀਆਂ, ਉਹ ਕੋਈ ਵੀ ਹੋਵੇ ਤਾਂ ਲਾਜ਼ਮੀ ਹੈ, ਤੇ ਇਹ ਫਿਰ ਬਾਕੀਆਂ ਨਾਲੋਂ ਫਰਕ ਹੀ ਰਹਿ ਗਿਆ। ਤੇ ਇਹੀ ਇੱਕ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਟੁੱਟ ਭੱਜ ਵੀ ਹੈ ਉਹ 'ਚ ਵਿਚਾਰਧਾਰਕ ਪੈਂਤੜੇ ਆਪਣੀ ਥਾਂ ਦੇ ਉੱਤੇ ਹੈ, ਪਰ ਹਉਮੈ ਜਿਹੜੀ ਈਗੋ ਤੋਂ ਅੱਗੇ ਜਾ ਕੇ ਸੁਪਰ ਈਗੋ ਜਿਹੜੀ ਆ ਉਹ ਜ਼ਿਆਦਾ ਖਤਰਨਾਕ ਸਾਬਤ ਹੋਈ ਹੈ। ਜੀ ਦਸਾਂਝ ਸਾਹਿਬ, ਅਗਲੀ ਸੈਗਮੈਂਟ 'ਚ ਆਪਾਂ ਕੁਝ ਇੱਕ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕੁਝ ਇੰਟਰਨੈਸ਼ਨਲ ਮਸਲੇ ਵੀ ਆਪਾਂ ਉਹ 'ਚ ਡਿਸਕਸ ਕਰਨ ਦਾ ਯਤਨ ਕਰਾਂਗੇ। ਸੋ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫੌਰਨ ਅਸੀਂ ਵਾਪਸ ਆ ਰਹੇ ਜੀ।